ਇੱਕ ਨਿਸ਼ਚਿਤ ਉਦੇਸ਼ ਨਾਲ ਇਕੱਠੇ ਕੀਤੇ ਗਏ ਅੰਕਾਂ ਨੂੰ ਜਾਂ ਤੱਥਾਂ ਨੂੰ, ਜਿਹੜੇ ਸੰਖਿਆਤਮਕ ਜਾਂ ਹੋਰ ਰੂਪ ਵਿੱਚ ਹੋ ਸਕਦੇ ਹਨ, ਨੂੰ ਅੰਕੜੇ ਕਿਹਾ ਜਾਂਦਾ ਹੈ। ਬੱਚਿਓ, ਹਾਲਾਂਕਿ ਇਹ ਗੱਲ ਜ਼ਰੂਰ ਹੈ ਕਿ ਤੁਹਾਡੇ ਲਈ ਅੰਕੜਾ ਇੱਕ ਨਵਾਂ ਸ਼ਬਦ ਨਹੀਂ ਹੈ। ਤੁਸੀਂ ਸਾਰਿਆਂ ਨੇ ਪਿਛਲੀਆਂ ਜਮਾਤਾਂ ਵਿੱਚ ਵੀ ਅੰਕੜੇ ਅਤੇ ਅੰਕੜਿਆਂ ਦੇ ਸੰਚਾਲਨ ਸੰਬੰਧੀ ਬਹੁਤ ਕੁਝ ਪੜ੍ਹਿਆ ਹੈ। ਅੱਜ ਸਾਡੀ ਦੁਨੀਆ ਵੱਧ ਤੋਂ ਵੱਧ ਸੂਚਨਾ ਅਨੁਕੂਲ ਹੁੰਦੀ ਜਾ ਰਹੀ ਹੈ। ਅਸੀਂ ਜੀਵਨ ਭਰ ਕਿਸੇ ਨਾ ਕਿਸੇ ਕੰਮ ਵਿੱਚ ਅੰਕੜਿਆਂ ਦਾ ਪ੍ਰਯੋਗ ਕਰਦੇ ਰਹਿੰਦੇ ਹਾਂ। ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਹਨਾਂ ਅੰਕੜਿਆਂ ਤੋਂ ਆਪਣੀ ਇੱਛਾ ਅਨੁਸਾਰ ਅਰਥਪੂਰਨ ਸੂਚਨਾਵਾਂ ਪ੍ਰਾਪਤ ਕਰਨਾ ਜਾਣ ਜਾਈਏ। ਅਰਥਪੂਰਨ ਸੂਚਨਾਵਾਂ ਪ੍ਰਾਪਤ ਕਰਨ ਨਾਲ ਸੰਬੰਧਿਤ ਅਧਿਐਨ ਗਣਿਤ ਦੀ ਇੱਕ ਸ਼ਾਖਾ ਵਿੱਚ ਕੀਤਾ ਜਾਂਦਾ ਹੈ, ਜਿਸ ਨੂੰ ਅੰਕੜਾ ਵਿਗਿਆਨ ਕਹਿੰਦੇ ਹਾਂ। ਅੰਕੜਿਆਂ ਨੂੰ ਇਕੱਠਾ ਕਰਨਾ ਸਿੱਖੀਏ। ਬੱਚਿਓ, ਤੁਸੀਂ ਸਾਰੇ 4 ਸਮੂਹਾਂ ਵਿੱਚ ਬੈਠ ਜਾਓ। ਪਹਿਲਾ ਸਮੂਹ ਆਪਣੀ ਜਮਾਤ ਦੇ 20 ਵਿਦਿਆਰਥੀਆਂ ਦੀ ਲੰਬਾਈ ਲਿਖੋ। ਦੂਜਾ ਸਮੂਹ ਆਪਣੀ ਜਮਾਤ ਵਿੱਚ ਕਿਸੇ ਇੱਕ ਮਹੀਨੇ ਦੇ ਹਰੇਕ ਦਿਨ ਗੈਰ ਹਾਜ਼ਰ ਹੋ ਰਹੇ ਵਿਦਿਆਰਥੀਆਂ ਦੀ ਸੰਖਿਆ ਲਿਖੋ। ਤੀਜਾ ਗਰੁੱਪ ਆਪਣੀ ਜਮਾਤ ਦੇ ਮਿੱਤਰਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਸੰਖਿਆ। ਤੇ ਚੌਥਾ ਗਰੁੱਪ ਤੁਹਾਡੇ ਸਕੂਲ ਵਿੱਚ ਜਾਂ ਉਸ ਦੇ ਆਸ-ਪਾਸ 15 ਪੌਦਿਆਂ ਦੀਆਂ ਲੰਬਾਈਆਂ ਲਿਖੋ। ਆਓ ਹੁਣ ਅਸੀਂ ਵਿਦਿਆਰਥੀਆਂ ਦੁਆਰਾ ਇਕੱਠੇ ਕੀਤੇ ਗਏ ਨਤੀਜਿਆਂ ਨੂੰ ਵੇਖੀਏ। ਹਰੇਕ ਸਮੂਹ ਨੇ ਅੰਕੜਿਆਂ ਦਾ ਸੰਗ੍ਰਹਿ ਕਿਸ ਤਰ੍ਹਾਂ ਕੀਤਾ। ਅਸੀਂ ਦੇਖਦੇ ਹਾਂ ਕਿ ਪਹਿਲੀ ਸਥਿਤੀ ਵਿੱਚ ਵਿਦਿਆਰਥੀਆਂ ਨੇ ਬੱਚਿਆਂ ਦੀ ਲੰਬਾਈ ਪਤਾ ਕੀਤੀ। ਬੱਚਿਆਂ ਨੇ ਆਪਣੇ ਦਿਮਾਗ ਵਿੱਚ ਇੱਕ ਨਿਸ਼ਚਿਤ ਉਦੇਸ਼ ਰੱਖ ਕੇ ਸੂਚਨਾਵਾਂ ਨੂੰ ਇਕੱਠਾ ਕੀਤਾ ਹੈ। ਇਸ ਤਰ੍ਹਾਂ ਇਕੱਠੇ ਕੀਤੇ ਗਏ ਅੰਕੜਿਆਂ ਨੂੰ ਮੁੱਢਲੇ ਅੰਕੜੇ ਜਾਂ ਪ੍ਰਾਇਮਰੀ ਡਾਟਾ ਕਿਹਾ ਜਾਂਦਾ ਹੈ। ਬੱਚਿਓ, ਦੂਜੀ ਸਥਿਤੀ ਵਿੱਚ ਤੁਸੀਂ ਦੇਖਿਆ ਕਿ ਰਜਿਸਟਰ ਆਪਾਂ ਸਾਰਿਆਂ ਨੇ ਆਪਣੀ ਕਲਾਸ 'ਚ ਹਾਜ਼ਰੀ ਲਗਾਈ ਹੋਈ ਹੈ। ਟੀਚਰ ਸਾਡੀ ਰੋਜ਼ ਅਟੈਂਡੈਂਸ ਲਗਾਉਂਦੇ ਹਨ। ਅਸੀਂ ਦੇਖਦੇ ਹਾਂ ਉਸ ਰਜਿਸਟਰ ਨੂੰ। ਤਾਂ ਬੱਚਿਆਂ ਨੇ ਦੂਜੀ ਸਥਿਤੀ ਵਿੱਚ ਉਸ ਤੋਂ ਹੀ ਅੰਕੜੇ ਇਕੱਠੇ ਕੀਤੇ। ਜਿੱਥੇ ਵੀ ਕਿਸੇ ਸਰੋਤ ਤੋਂ ਜਾਂ ਜਿਸ ਵਿੱਚ ਪਹਿਲਾਂ ਹੀ ਸੂਚਨਾਵਾਂ ਇਕੱਠੀਆਂ ਹੋਣ, ਅੰਕੜੇ ਪ੍ਰਾਪਤ ਕੀਤੇ ਗਏ ਹੋਣ, ਉਹਨਾਂ ਅੰਕੜਿਆਂ ਨੂੰ ਗੌਣ ਅੰਕੜੇ ਜਾਂ ਸੈਕੰਡਰੀ ਡਾਟਾ ਕਿਹਾ ਜਾਂਦਾ ਹੈ। ਬੱਚਿਓ, ਤੁਸੀਂ ਉੱਪਰ ਦੇਖਿਆ ਲੰਬਾਈ ਦੀ ਸਾਰਣੀ ਬਣਾਈ ਗਈ ਹੈ। ਉਸ ਵਿੱਚ ਸਭ ਤੋਂ ਜ਼ਿਆਦਾ ਯਾਨੀ ਕਿ ਅਧਿਕਤਮ ਲੰਬਾਈ ਅਤੇ ਨਿਊਨਤਮ ਲੰਬਾਈ ਕਿਸ ਵਿਦਿਆਰਥੀ ਦੀ ਹੈ। ਅਸੀਂ ਨੋਟ ਕੀਤਾ ਕਿ ਜਿਹੜਾ ਬੱਚਾ ਰਾਮ ਹੈ ਉਸ ਦੀ ਲੰਬਾਈ ਸਭ ਤੋਂ ਜ਼ਿਆਦਾ ਹੈ ਅਤੇ ਸੂਰਜ ਜਿਸ ਦੀ ਲੰਬਾਈ ਸਭ ਤੋਂ ਘੱਟ ਹੈ। ਹੁਣ ਅਸੀਂ ਦੇਖਾਂਗੇ ਅਧਿਕਤਮ ਲੰਬਾਈ ਬਰਾਬਰ ਹੈ 172 ਮਾਈਨਸ न्यूनतम लंबाई 150 सेंटीमीटर ते इस दा उत्तर की आंदा है 22 सेंटीमीटर। बच्चों, तुसी सोचदे होवोगे कि मैडम ये सानू क्यों दस रहे हन, लेकिन मैं तानू इत्थे एक नवी चीज दसनी है, विचलन सीमा। इंग्लिश विच इसनू आपां कहंदे हां रेंज। तां बच्चों, हुण तुहानू पता लग गया होवेगा कि आंकड़ियां दे अधिकतम ਅਤੇ न्यूनतम ਮੁੱਲਾਂ ਦੇ ਅੰਤਰ ਨੂੰ ਅੰਕੜਿਆਂ ਦੀ ਵਿਚਲਨ ਸੀਮਾ ਕਿਹਾ ਜਾਂਦਾ ਹੈ। ਬੱਚਿਓ, ਕਈ ਵਾਰ ਅੰਕੜਿਆਂ ਨੂੰ ਲਿਖਣ ਤੇ ਕਾਫੀ ਸਮਾਂ ਲੱਗ ਜਾਂਦਾ ਹੈ, ਵਿਸ਼ੇਸ਼ ਤੌਰ ਤੇ ਉਦੋਂ ਜਦੋਂ ਪ੍ਰਯੋਗ ਵਿੱਚ
ਅੰਕੜਿਆਂ ਦੀ ਸੰਖਿਆ ਬਹੁਤ ਜ਼ਿਆਦਾ ਹੋ ਜਾਵੇ। ਜਿਵੇਂ ਕਿ ਤੁਸੀਂ ਅਗਲੀ ਉਦਾਹਰਨ ਵਿੱਚ ਦੇਖ ਸਕਦੇ ਹੋ। ਇੱਕ ਸਕੂਲ ਵਿੱਚ 9ਵੀਂ ਜਮਾਤ ਦੇ 30 ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੇ ਗਏ ਅੰਕ ਲਵੋ। 10, 20, 36, 92, 95, 40 ਆਦि। ਤੁਹਾਨੂੰ ਯਾਦ ਹੋਵੇਗਾ ਕਿ ਇੱਕ ਨਿਸ਼ਚਿਤ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ ਨੂੰ ਬਾਰੰਬਾਰਤਾ ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ 4 ਵਿਦਿਆਰਥੀਆਂ ਨੇ 70 ਅੰਕ ਪ੍ਰਾਪਤ ਕੀਤੇ। ਤੁਸੀਂ ਦੇਖ ਸਕਦੇ ਹੋ ਉੱਪਰ ਦਿੱਤੇ ਗਏ ਅੰਕਾਂ ਵਿੱਚ 70 4 ਵਾਰ ਆਇਆ ਹੈ। 1 2 3 ਤੇ 4। ਤਾਂ ਇਸ ਲਈ 70 ਅੰਕ ਦੀ ਬਾਰੰਬਾਰਤਾ 4 ਹੈ। ਅੰਕੜਿਆਂ ਨੂੰ ਹੋਰ ਸਰਲ ਰੂਪ ਵਿੱਚ ਸਮਝਣ ਲਈ ਇਹਨਾਂ ਨੂੰ ਸਾਰਣੀ ਰੂਪ ਵਿੱਚ ਲਿਖ ਸਕਦੇ ਹਾਂ। ਅਸੀਂ ਇੱਕ ਪਾਸੇ ਸਾਰਣੀ ਵਿੱਚ ਅੰਕ ਲਿਖਾਂਗੇ ਅਤੇ ਦੂਜੇ ਪਾਸੇ ਵਿਦਿਆਰਥੀਆਂ ਦੀ ਸੰਖਿਆ, ਜਿਸ ਨੂੰ ਆਪਾਂ ਕੀ ਕਹਿੰਦੇ ਹਾਂ ਬੱਚਿਓ? ਬਾਰੰਬਾਰਤਾ ਵੀ ਕਹਿੰਦੇ ਹਾਂ। 10 ਅੰਕ ਕਿੰਨੇ ਬੱਚਿਆਂ ਨੇ ਪ੍ਰਾਪਤ ਕੀਤੇ? 1 ਨੇ। 20 ਅੰਕ 21 ਨੇ ਕੀਤੇ। 36 ਅੰਕ 3 ਬੱਚਿਆਂ ਨੇ ਪ੍ਰਾਪਤ ਕੀਤੇ। 40 ਅੰਕ 4 ਬੱਚਿਆਂ ਨੇ ਪ੍ਰਾਪਤ ਕੀਤੇ। ਐਦਾਂ ਹੀ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਕਿੰਨੇ ਅੰਕ ਕਿਸ ਵਿਦਿਆਰਥੀ ਨੇ ਪ੍ਰਾਪਤ ਕੀਤੇ। ਇਸ ਸਾਰਣੀ ਨੂੰ ਅਸੀਂ ਅਵਰਗੀਕ੍ਰਿਤ ਬਾਰੰਬਾਰਤਾ ਵੰਡ ਸਾਰਣੀ ਜਾਂ ਸਿਰਫ ਬਾਰੰਬਾਰਤਾ ਵੰਡ ਸਾਰਣੀ ਕਹਿੰਦੇ ਹਾਂ। ਹੁਣ ਅਸੀਂ ਇੱਕ ਹੋਰ ਉਦਾਹਰਨ ਲਵਾਂਗੇ। ਵੰਡ ਮਹਾ ਉਤਸਵ ਦੇ ਦੌਰਾਨ 100 ਸਕੂਲਾਂ ਵਿੱਚੋਂ ਹਰੇਕ ਸਕੂਲ ਵਿੱਚ 100 ਪੌਦੇ ਲਗਾਏ ਗਏ। 1 ਮਹੀਨੇ ਬਾਅਦ ਲਗਾਏ ਗਏ ਪੌਦਿਆਂ ਵਿੱਚੋਂ ਬੱਚੇ ਪੌਦਿਆਂ ਦੀ ਸੰਖਿਆ ਹੇਠ ਲਿਖੇ ਅਨੁਸਾਰ ਸੀ। ਇੰਨੀ ਵੱਡੀ ਸੰਖਿਆ ਅੰਕੜਿਆਂ ਨੂੰ ਇਸ ਪ੍ਰਕਾਰ ਪ੍ਰਦਰਸ਼ਿਤ ਕਰਨ ਦੇ ਲਈ ਕਿ ਪਾਠਕ ਸਰਲਤਾ ਨਾਲ ਅਰਥ ਕੱਢ ਸਕਣ, ਸਾਨੂੰ ਇਹਨਾਂ ਅੰਕੜਿਆਂ ਨੂੰ 20 ਤੋਂ 29, 30 ਤੋਂ 39 ਵਰਗੇ ਸਮੂਹਾਂ ਵਿੱਚ ਰੱਖ ਕੇ ਇਹਨਾਂ ਨੂੰ ਛੋਟਾ ਕਰਨਾ ਪੈਂਦਾ ਹੈ, ਕਿਉਂਕਿ ਸਾਡੇ ਕੋਲ ਅੰਕੜੇ ਜਿਹੜੇ ਹਨ ਬਹੁਤ ਜ਼ਿਆਦਾ ਹਨ। ਇਹਨਾਂ ਸਮੂਹਾਂ ਨੂੰ ਵਰਗ ਜਾਂ ਵਰਗ ਅੰਤਰਾਲ, ਇੰਗਲਿਸ਼ ਵਿੱਚ ਕੀ ਕਹਾਂਗੇ ਬੱਚਿਓ? ਕਲਾਸ ਇੰਟਰਵਲਸ ਕਿਹਾ ਜਾਂਦਾ ਹੈ ਅਤੇ ਇਹਨਾਂ ਦੇ ਮਾਪ ਯਾਨੀ ਕਿ ਸਾਈਜ਼ ਨੂੰ ਵਰਗ ਮਾਪ, ਇੰਗਲਿਸ਼ ਵਿੱਚ ਕਲਾਸ ਸਾਈਜ਼ ਕਿਹਾ ਜਾਂਦਾ ਹੈ, ਜਿਹੜਾ ਕਿ ਇੱਥੇ ਕਿੰਨਾ ਹੈ? 10 ਹੈ। ਹਰੇਕ ਵਰਗ ਦੀ ਨਿਊਨਤਮ ਸੰਖਿਆ ਨੂੰ ਹੇਠਲੀ ਵਰਗ ਸੀਮਾ ਅਤੇ ਅਧਿਕਤਮ ਸੰਖਿਆ ਨੂੰ ਉੱਪਰਲੀ ਵਰਗ ਸੀਮਾ ਕਿਹਾ ਜਾਂਦਾ ਹੈ। ਜਿਵੇਂ ਕਿ 20 ਤੋਂ 29 ਵਿੱਚ 20 ਕੀ ਹੈ? ਹੇਠਲੀ ਵਰਗ ਸੀਮਾ ਤੇ 29 ਕੀ ਹੈ ਬੱਚਿਓ? ਉੱਪਰਲੀ ਵਰਗ ਸੀਮਾ ਹੈ। ਬੱਚਿਓ, ਹੁਣ ਅਸੀਂ ਮਿਲਾਨ ਚਿੰਨ੍ਹਾਂ ਦਾ ਪ੍ਰਯੋਗ ਕਰਕੇ ਉੱਪਰ ਦਿੱਤੇ ਗਏ ਅੰਕੜਿਆਂ ਨੂੰ ਸਾਰਣੀ ਰੂਪ ਵਿੱਚ ਦਰਸਾਵਾਂਗੇ। ਸਾਰਣੀ ਬਣਾਉਣ ਲਈ ਅਸੀਂ ਸਭ ਤੋਂ ਪਹਿਲੇ ਕੀ ਲਿਖਾਂਗੇ? ਬਚੇ ਹੋਏ ਪੌਦਿਆਂ ਦੀ ਸੰਖਿਆ, ਦੂਸਰੇ ਨੰਬਰ ਤੇ ਮਿਲਾਨ ਚਿੰਨ੍ਹ ਤੇ ਤੀਜੇ ਨੰਬਰ ਤੇ ਸਕੂਲਾਂ ਦੀ ਸੰਖਿਆ, ਜਿਸ ਨੂੰ ਅਸੀਂ ਬਾਰੰਬਾਰਤਾ ਵੀ ਕਹਾਂਗੇ। ਪਹਿਲਾ ਸਮੂਹ 20 ਤੋਂ 29 ਵਿੱਚ ਕਿੰਨੇ ਸਕੂਲ ਆਉਂਦੇ ਹਨ? 1 2 3। ਤਾਂ ਇਸ ਕਰਕੇ ਮਿਲਾਨ ਚਿੰਨ੍ਹ 3 ਹਨ ਤਾਂ ਸਕੂਲਾਂ ਦੀ ਸੰਖਿਆ 3 ਹੋ ਗਈ। ਹੁਣ ਅਸੀਂ ਜਿਹੜਾ ਦੂਜਾ ਸਮੂਹ ਹੈ ਪੌਦਿਆਂ ਦਾ 30 ਤੋਂ 39, ਉਸ ਦੇ ਵਿੱਚ ਦੇਖਾਂਗੇ 1 2 3 4 ਫਿਰ 5। ਫਿਰ ਦੇਖੋ ਇਸ ਦੇ ਵਿੱਚ ਹੋਰ ਵੀ ਹਨ ਤਾਂ ਆਪਾਂ ਫਿਰ 1 ਤੋਂ ਸ਼ੁਰੂ ਕਰਾਂਗੇ। 1 2
3 4 5। उस तो बाद 1 2 3 4। हुण सारे मिलान चिन्हां नूं गिणन ते देखो 5 5 ਅਤੇ 4 किन्ने हो गए अपने को 14। इस ग्रुप विच स्कूलों की संख्या 14 है। बच्चों ऐदां ही तुसीं अगे भी ग्रुपां नूं पूरा कर लवोगे ਤਾਂ ਸਾਡੇ ਕੋਲ ਕੁੱਲ ਜੋੜ ਕਿੰਨਾ ਆ ਜਾਏਗਾ 100। ਅੰਕੜਿਆਂ ਨੂੰ ਇਸ ਰੂਪ ਵਿੱਚ ਦਰਸਾਉਣ ਤੇ ਅੰਕੜੇ ਸਰਲ ਅਤੇ ਛੋਟੇ ਹੋ ਜਾਂਦੇ ਹਨ ਅਤੇ ਇੱਕ ਹੀ ਝਲਕ ਵਿੱਚ ਉਹਨਾਂ ਦੇ ਮੁੱਖ ਲੱਛਣਾਂ ਨੂੰ ਦੇਖ ਸਕਦੇ ਹਾਂ। ਇਸ ਤਰ੍ਹਾਂ ਦੀ ਸਾਰਣੀ ਨੂੰ ਵਰਗੀਕ੍ਰਿਤ ਬਾਰੰਬਾਰਤਾ ਵੰਡ ਸਾਰਣੀ ਕਿਹਾ ਜਾਂਦਾ ਹੈ। ਬੱਚਿਓ ਅਸੀਂ ਸਾਰੇ ਅੰਕੜਿਆਂ ਬਾਰੇ ਜਾਣ ਚੁੱਕੇ ਹਾਂ। ਅੰਕੜੇ ਇੱਕ ਨੰਬਰਾਂ ਦੇ ਸਮੂਹ ਹੁੰਦੇ ਹਨ। ਇਹ ਨੰਬਰ ਸਾਇੰਟੀਫਿਕ ਮਾਪਾਂ ਜਾਂ ਸਰਵੇ ਵਾਸਤੇ ਜਾਂ ਫਿਰ ਹੋਰ ਕੰਮਾਂ ਲਈ ਇਕੱਠੇ ਕੀਤੇ ਜਾਂਦੇ ਹਨ। ਉਦਾਹਰਨ ਦੇ ਤੌਰ ਤੇ ਤੁਹਾਡੇ ਪਰਿਵਾਰ ਦੇ ਮੈਂਬਰਾਂ ਦੀ ਉਮਰ ਦੇ ਰਿਕਾਰਡ ਦੇ ਅੰਕੜੇ, ਜਾਂ ਫਿਰ ਅਸੀਂ ਸਬਜ਼ੀਆਂ ਨੂੰ ਤੋਲ ਕੇ ਵੇਖੀਏ ਤਾਂ ਉਹਨਾਂ ਦੇ ਅੰਕੜੇ। ਇਹ ਅੰਕੜੇ ਛੋਟੇ ਹਨ ਅਤੇ ਇਹਨਾਂ ਅੰਕੜਿਆਂ ਨੂੰ ਸਮਝਣਾ ਆਸਾਨ ਹੋਵੇਗਾ। ਪਰ ਜੇ ਸਾਡੇ ਕੋਲ ਬਹੁਤ ਜ਼ਿਆਦਾ ਅੰਕੜੇ ਹੋ ਜਾਣ, ਜਿਵੇਂ ਕਿ ਕਿਸੇ ਸਟੋਰ ਵਿੱਚ ਅਲੱਗ-ਅਲੱਗ ਚੀਜ਼ਾਂ ਦੀਆਂ ਕੀਮਤਾਂ ਦੇ ਅੰਕੜੇ, ਜਾਂ ਸਾਰੇ ਜਾਨਵਰਾਂ ਦੀ ਸਭ ਤੋਂ ਜ਼ਿਆਦਾ ਉਚਾਈ ਦੇ ਅੰਕੜੇ, ਜਾਂ ਆਸਮਾਨ ਦੇ ਤਾਰਿਆਂ ਦੀ ਚਮਕ ਦੇ ਅੰਕੜੇ, ਇਸ ਤਰ੍ਹਾਂ ਦੇ ਸਮੂਹਾਂ ਵਿੱਚ ਬਹੁਤ ਸਾਰੇ ਨੰਬਰ ਹੋਣਗੇ ਅਤੇ ਜੇ ਤੁਸੀਂ ਇਹਨਾਂ ਨੂੰ ਅੰਕੜਿਆਂ ਦੇ ਰੂਪ ਵਿੱਚ ਲਿਖੋਗੇ ਤਾਂ ਇਹਨਾਂ ਨੂੰ ਇੱਕ ਹੀ ਸਮੇਂ ਤੇ ਪੜ੍ਹਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਲਈ ਥੋੜਾ ਔਖਾ ਹੋ ਜਾਵੇਗਾ। ਇਸ ਨੂੰ ਸੌਖਾ ਕਰਨ ਦੇ ਲਈ ਕੇਂਦਰੀ ਪ੍ਰਵਿਰਤੀ ਦੇ ਮਾਪਾਂ ਦੀ ਸਹਾਇਤਾ ਨਾਲ ਅਸੀਂ ਅਜਿਹਾ ਕਰ ਸਕਦੇ ਹਾਂ। ਹੁਣ ਅਸੀਂ ਇਹਨਾਂ ਮਾਪਾਂ ਨੂੰ ਕੱਢਣਾ ਸਿੱਖਾਂਗੇ। ਸਭ ਤੋਂ ਪਹਿਲਾਂ ਅਸੀਂ ਮੱਧਮਾਨ ਤੋਂ ਸ਼ੁਰੂ ਕਰਦੇ ਹਾਂ। ਮੱਧਮਾਨ ਨੂੰ ਅਸੀਂ ਇੰਗਲਿਸ਼ ਵਿੱਚ ਮੀਨ ਕਹਿੰਦੇ ਹਾਂ। ਮੱਧਮਾਨ ਕਿਸ ਦੇ ਬਰਾਬਰ ਹੁੰਦਾ ਹੈ? ਔਸਤ ਦੇ ਬਰਾਬਰ। ਦੋਨੋਂ ਇੱਕ ਅਲੱਗ-ਅਲੱਗ ਟਰਮਸ ਹਨ, ਪਰ ਅੰਕੜਿਆਂ ਵਿੱਚ ਇਹਨਾਂ ਦੀ ਇੱਕੋ ਜਿਹੀ ਵਿਸ਼ੇਸ਼ਤਾ ਹੈ। ਅਸੀਂ ਇਸ ਨੂੰ ਪਹਿਲਾਂ ਸਰਲ ਅੰਕੜੇ ਲੈ ਕੇ ਸਮਝਾਂਗੇ। 1 8 3 2 6। ਅੰਕੜਿਆਂ ਨੂੰ ਅਸੀਂ ਬਲੌਕਸ ਰਾਹੀਂ ਦਰਸਾਵਾਂਗੇ। ਬੱਚਿਓ ਅਸੀਂ ਬਲੌਕਸ ਬਣਾ ਲਏ ਹਨ ਅਤੇ ਜਿੰਨਾ ਹੀ ਬਲੌਕ ਹੈ ਮਤਲਬ ਕਿ ਇੱਕ ਨੰਬਰ ਅਤੇ ਉਨੀ ਹੀ ਉਸਦੀ ਹਾਈਟ ਜਾਂ ਉਚਾਈ ਲਵਾਂਗੇ। ਜਿੱਦਾਂ ਕਿ ਇੱਕ ਬਲੌਕ ਹੈ ਤਾਂ ਉਸਦੀ ਉਚਾਈ ਉਨੀ ਹੀ ਲਵਾਂਗੇ। ਬਲੌਕ 8 ਹਨ ਤਾਂ ਆਪਾਂ ਉਹਨਾਂ ਨੂੰ 8 ਬਲੌਕਸ ਲਗਾ ਦੇਵਾਂਗੇ। ਹੁਣ ਸਾਡੇ ਕੋਲ ਅਲੱਗ-ਅਲੱਗ ਉਚਾਈਆਂ ਹਨ ਅਤੇ ਅਲੱਗ-ਅਲੱਗ ਹੀ ਬਲੌਕ ਹਨ। ਜੇ ਅਸੀਂ ਇਹਨਾਂ ਬਲੌਕਸ ਨੂੰ ਦੁਬਾਰਾ ਅਰੇਂਜ ਜਾਂ ਫਿਰ ਇਹਨਾਂ ਨੂੰ ਦੁਬਾਰਾ ਲਗਾਉਂਦੇ ਹਾਂ ਤਾਂ ਜੋ ਇਹਨਾਂ ਦੀ ਉਚਾਈ ਇੱਕੋ ਜਿਹੀ ਹੋ ਜਾਵੇ, ਯਾਨੀ ਕਿ ਹਰੇਕ ਬਾਰ ਦੀ ਇੱਕੋ ਜਿਹੀ ਰਕਮ ਹੋ ਜਾਵੇ, ਤਾਂ ਉਹ ਰਕਮ ਕੀ ਹੋਵੇਗੀ? ਚਲੋ ਅਸੀਂ ਸਾਰੇ ਬਲੌਕਸ ਨੂੰ ਇੱਕੋ ਜਿਹੀ ਉਚਾਈ ਵਾਲੇ ਬਲੌਕਸ ਬਣਾ ਦਿੰਦੇ ਹਾਂ। ਪਹਿਲਾ ਬਲੌਕ, ਦੂਜਾ ਬਲੌਕ, ਸਾਰੇ ਬਲੌਕ ਦੇਖੋ ਇੱਕੋ ਜਿਹੇ ਹੋਣਗੇ। ਤਾਂ ਹੁਣ ਅਸੀਂ ਗਿਣਤੀ ਗਿਣਦੇ ਹਾਂ 1 2 4। ਸਾਰੇ ਬਲੌਕਸ 4-4 ਗਿਣਤੀ ਦੇ ਹੋ ਗਏ ਹਨ, ਭਾਵ ਕਿ ਸਾਡੇ ਕੋਲ ਅੰਕੜਿਆਂ ਦਾ ਮੱਧਮਾਨ 4 ਹੋਵੇਗਾ। ਮੱਧਮਾਨ ਦਾ ਉੱਤਰ ਹੁਣ ਸਾਡੇ ਕੋਲ ਕੀ ਆ ਗਿਆ? 4। ਅੰਕੜਿਆਂ ਵਿੱਚ ਕੁਝ ਨੰਬਰ ਛੋਟੇ ਹਨ ਅਤੇ ਕੁਝ ਵੱਡੇ ਹਨ। ਜੇ ਸਾਰੇ ਇੱਕੋ ਜਿਹੇ ਹੋ ਜਾਣ ਤਾਂ ਇਹ 4 ਬਣ ਜਾਣਗੇ,
ਭਾਵ ਮੱਧਮਾਨ ਅੰਕੜਿਆਂ ਦੀ ਉਹ ਸੰਖਿਆ ਹੈ ਜੋ ਸਾਰੇ ਅਲੱਗ-ਅਲੱਗ ਅੰਕੜਿਆਂ ਨੂੰ ਇੱਕੋ ਹੀ ਸੰਗਤ ਕੀਮਤ ਦੇ ਬਰਾਬਰ ਕਰ ਦੇਵੇ। ਬੱਚਿਓ, ਕੀ ਗਣਿਤ ਵਿੱਚ ਵੀ ਕੋਈ ਤਰੀਕਾ ਹੈ ਜਿਸ ਨਾਲ ਅਸੀਂ ਬਹੁਤ ਸਾਰੇ ਅੰਕੜਿਆਂ ਦਾ ਮੱਧਮਾਨ ਪ੍ਰਾਪਤ ਕਰ ਸਕੀਏ? ਇਹ ਬਹੁਤ ਔਖਾ ਹੋ ਜਾਵੇਗਾ ਜੇ ਅਸੀਂ ਬਲੌਕਸ ਦੀ ਮਦਦ ਨਾਲ ਮੱਧਮਾਨ ਪਤਾ ਕਰਾਂਗੇ। ਤੁਸੀਂ ਦੇਖ ਸਕਦੇ ਹੋ ਇੱਥੇ ਕਿੰਨੇ ਸਾਰੇ ਬਲੌਕਸ ਹਨ। ਓਹੋ, ਇਹ ਤਾਂ ਬਲੌਕਸ ਦੇ ਨਾਲ ਕੋਈ ਸੈਟਿੰਗ ਨਹੀਂ ਹੋਈ। ਤਾਂ ਦੇਖੋ ਬੱਚਿਓ, ਹੁਣ ਅਸੀਂ ਪਹਿਲੇ ਵਾਲੇ ਅੰਕੜੇ ਲੈ ਕੇ ਦੇਖਦੇ ਹਾਂ ਅਤੇ ਗਣਿਤ ਵਿੱਚ ਕਿਸ ਤਰ੍ਹਾਂ ਮੱਧਮਾਨ ਪਤਾ ਕਰਾਂਗੇ ਉਹ ਸਿੱਖਦੇ ਹਾਂ। ਤੇ ਜਿਸ ਵਿੱਚ ਅਸੀਂ ਕੀ ਵਰਤਾਂਗੇ? ਜੋੜ ਅਤੇ ਭਾਗ ਦੀ ਵਰਤੋਂ ਕਰਾਂਗੇ। ਹੁਣ ਅਸੀਂ ਸਾਰੇ ਅੰਕੜਿਆਂ ਨੂੰ ਜੋੜ ਦਿੰਦੇ ਹਾਂ। 1 + 8 + 3 + 2 + 6 ਤਾਂ ਇਹਨਾਂ ਦਾ ਜੋੜ ਕਿੰਨਾ ਆ ਗਿਆ? 20। ਤਾਂ ਇਹਨਾਂ ਨੂੰ ਅਸੀਂ ਹੁਣ ਜਿੰਨੇ ਵੀ ਇਹ ਅੰਕੜੇ ਹਨ ਉਹਨਾਂ ਨਾਲ ਭਾਗ ਕਰ ਦਿੰਨੇ ਹਾਂ। ਕਿੰਨੇ ਅੰਕੜੇ ਹਨ ਬੱਚਿਓ? 1 2 3 4 5। ਤਾਂ ਅਸੀਂ ਇਹਨਾਂ ਨੂੰ 5 ਨਾਲ ਭਾਗ ਕਰ ਦਿੰਨੇ ਹਾਂ। ਤਾਂ ਸਾਨੂੰ 5 ਨਾਲ ਭਾਗ ਕਰਨ ਤੇ ਕੀ ਪ੍ਰਾਪਤ ਹੁੰਦਾ ਹੈ? 4। ਬੱਚਿਓ, ਹੁਣ ਅਸੀਂ ਮੱਧਮਾਨ ਕੱਢਣ ਦਾ ਫਾਰਮੂਲਾ ਪ੍ਰਾਪਤ ਕਰ ਲਿਆ ਹੈ। ਇਸ ਦੇ ਵਿੱਚ ਸਾਡੇ ਕੋਲ 2 ਸਟੈਪਸ ਹਨ। ਪਹਿਲਾ ਸਟੈਪ, ਸਾਰੇ ਅੰਕੜਿਆਂ ਨੂੰ ਜੋੜ ਲਿਓ ਅਤੇ ਫਿਰ ਇਹਨਾਂ ਦੇ ਜੋੜਫਲ ਨੂੰ ਜਿੰਨੇ ਅੰਕੜੇ ਹਨ ਉਹਨਾਂ ਨਾਲ ਭਾਗ ਕਰ ਲਵੋ। ਇਸ ਲਈ ਮੱਧਮਾਨ ਬਰਾਬਰ ਹੈ ਪ੍ਰੇਖਣਾਂ ਦਾ ਜੋੜਫਲ ਬਟਾ ਪ੍ਰੇਖਣਾਂ ਦੀ ਸੰਖਿਆ। ਬੱਚਿਓ, ਹੁਣ ਤੁਸੀਂ ਮੱਧਮਾਨ ਸਿੱਖ ਲਿਆ ਹੈ ਤਾਂ ਹੁਣ ਅਸੀਂ ਕੀ ਸਿੱਖਾਂਗੇ? ਮੱਧਿਕਾ ਬਾਰੇ ਜਾਣਾਂਗੇ। ਮੱਧਿਕਾ ਕੀ ਹੈ ਬੱਚਿਓ? ਇੱਕ ਮੱਧ ਯਾਨੀ ਕਿ ਵਿਚਕਾਰ। ਮੱਧਿਕਾ ਅੰਕੜਿਆਂ ਦਾ ਮੱਧ ਹੈ। ਤਾਂ ਅਸੀਂ ਅੰਕੜੇ ਲੈਂਦੇ ਹਾਂ 1, 2, 3, 6 ਅਤੇ 8। ਹੁਣ ਅਸੀਂ ਦੇਖਾਂਗੇ ਜਿਹੜਾ 3 ਹੈ ਉਹ ਅੰਕੜਿਆਂ ਨੂੰ 2 ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਤਾਂ ਜਿਹੜਾ 3 ਹੋਏਗਾ ਉਹ ਕੀ ਹੋਏਗਾ? ਮੱਧਿਕਾ ਹੋਊਗੀ, ਕਿਉਂਕਿ ਇਹ ਦੋਨਾਂ ਬਰਾਬਰ ਭਾਗਾਂ ਦੇ ਬਿਲਕੁਲ ਵਿਚਕਾਰ ਹੈ। ਇੱਕ ਭਾਗ ਵਿੱਚ ਉਹ ਨੰਬਰ ਹਨ ਜੋ ਮੱਧਿਕਾ ਤੋਂ ਵੱਡੇ ਹਨ ਅਤੇ ਦੂਜੇ ਭਾਗ ਵਿੱਚ ਉਹ ਨੰਬਰ ਹਨ ਜੋ ਮੱਧਿਕਾ ਤੋਂ ਛੋਟੇ ਹਨ। ਬੱਚਿਓ, ਜੇ ਸਾਡੇ ਕੋਲ ਅੰਕੜਿਆਂ ਦੇ ਵਿਚਕਾਰ ਕੋਈ ਵੀ ਨੰਬਰ ਨਾ ਹੋਵੇ ਤਾਂ ਅਸੀਂ ਕੀ ਕਰਾਂਗੇ? ਅਸੀਂ ਪਹਿਲਾਂ ਜਿਹੜੇ ਅੰਕੜਿਆਂ ਦੀ ਮੱਧਿਕਾ ਪਤਾ ਕੀਤੀ ਉਹ ਟਾਂਕ ਸਨ। ਹੁਣ ਅਸੀਂ ਜਿਸਤ ਸੰਖਿਆਵਾਂ ਦੀ ਮੱਧਿਕਾ ਪਤਾ ਕਰਾਂਗੇ। ਜਿਸਤ ਸੰਖਿਆਵਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ 2 ਨੰਬਰ ਵਿਚਕਾਰ ਆ ਗਏ ਹਨ। ਇਸ ਵਿੱਚ ਕੋਈ ਵੀ ਨੰਬਰ ਵਿਚਕਾਰ ਨਹੀਂ ਹੈ, ਬਲਕਿ 2 ਨੰਬਰ ਹੈ। ਅਸੀਂ 2 ਨੰਬਰ ਲੈ ਲਵਾਂਗੇ, ਉਹਨਾਂ ਦਾ ਮੱਧਮਾਨ ਪਤਾ ਕਰਾਂਗੇ। ਜਿਹੜਾ ਵੀ ਨੰਬਰ ਇਹਨਾਂ ਦਾ ਮੱਧਮਾਨ ਹੋਵੇਗਾ ਉਹ ਅੰਕੜਿਆਂ ਦੀ ਮੱਧਿਕਾ ਹੋਵੇਗੀ। ਜਿਵੇਂ ਕਿ 2 ਅਤੇ 3 ਦਾ ਮੱਧਮਾਨ ਕੀ ਹੋਵੇਗਾ? 2 + 3 ਕਿੰਨੇ ਹਨ? 2 ਬਟਾ 2। ਤਾਂ ਕੀ ਆ ਗਿਆ? 5 ਬਟਾ 2 ਬਰਾਬਰ ਹੈ 2.5। ਇਸ ਲਈ ਇਹਨਾਂ ਅੰਕੜਿਆਂ ਦੀ ਮੱਧਿਕਾ 2.5 ਹੋਵੇਗੀ, ਜੋ ਕਿ ਇਹਨਾਂ ਅੰਕੜਿਆਂ ਦਾ ਹੀ ਇੱਕ ਮੈਂਬਰ ਹੈ ਅਤੇ ਇਹਨਾਂ ਨੂੰ 2 ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਬੱਚਿਓ, ਹੁਣ ਤੁਸੀਂ ਮੱਧਮਾਨ ਅਤੇ ਮੱਧਿਕਾ ਕੱਢਣਾ ਸਿੱਖ ਲਿਆ ਹੈ। ਤਾਂ ਹੁਣ ਅਸੀਂ ਬਹੁਲਕ ਪਤਾ ਕਰਨਾ ਸਿੱਖਾਂਗੇ। ਬਹੁਲਕ ਦਾ ਮਤਲਬ ਵੈਸੇ ਤਾਂ ਕੀ ਹੈ? ਬਹੁਤ ਜ਼ਿਆਦਾ, ਜਿਹੜਾ ਕਿ ਬਾਰ-ਬਾਰ ਚੀਜ਼ ਆਵੇ ਤਾਂ ਉਹਨੂੰ ਅਸੀਂ ਬਹੁਲਕ ਕਹਿੰਦੇ ਹਾਂ। ਇੰਗਲਿਸ਼ 'ਚ ਇਹਨੂੰ ਮੋਡ ਕਹਿੰਦੇ ਹਾਂ। ਜੇ ਸਾਡੇ ਕੋਲ ਇਹ ਅੰਕੜੇ ਹਨ 1, 2, 3, 8, 6, ਇਹ ਅੰਕੜੇ ਹੋਣ ਤਾਂ ਸਾਡੇ ਕੋਲ ਕੋਈ ਵੀ ਨੰਬਰ ਅਜਿਹਾ ਨਹੀਂ ਜੋ ਬਾਰ-ਬਾਰ ਆਵੇ। ਇਸ ਲਈ ਇਹਨਾਂ ਦਾ ਕੋਈ ਬਹੁਲਕ ਨਹੀਂ ਹੈ। ਜੇ ਸਾਡੇ ਕੋਲ ਇਹ ਨੰਬਰ ਹੋਣ 2, 1, 3, 2, 3, 3, ਤਾਂ ਇਹਨਾਂ ਵਿੱਚ ਕਈ ਨੰਬਰ ਬਾਰ-ਬਾਰ ਆ ਰਹੇ ਹਨ।
ਜੇ ਅਸੀਂ ਇਹਨਾਂ ਨੂੰ ਦੁਬਾਰਾ ਵੱਧਦੇ ਕ੍ਰਮ ਵਿੱਚ ਲਿਖਦੇ ਹਾਂ ਤਾਂ ਸਾਡੇ ਕੋਲ 1, 2, 2, 3, ਫਿਰ 3 ਤੇ 3। ਹੁਣ ਦੇਖੋ 2 ਨੰਬਰ 2 ਵਾਰ ਆ ਰਿਹਾ ਹੈ, ਬਾਰ-ਬਾਰ ਆ ਰਿਹਾ ਹੈ, ਤਾਂ 3 ਨੰਬਰ ਸਭ ਤੋਂ ਜ਼ਿਆਦਾ ਵਾਰ ਆ ਰਿਹਾ ਹੈ। ਤੇ ਇਸ ਲਈ ਬੱਚਿਓ ਸਾਡੇ ਕੋਲ ਬਹੁਲਕ ਕੀ ਹੋਵੇਗਾ? 3 ਹੋਵੇਗਾ। ਬਾਰੰਬਾਰਤਾ ਬਹੁਭੁਜ ਬਾਰੇ ਪੜਾਂਗੇ। ਬਾਰੰਬਾਰਤਾ ਬਹੁਭੁਜ ਕੀ ਹੈ? ਇਹ ਗਿਣਾਤਮਕ ਅੰਕੜਿਆਂ ਅਤੇ ਉਹਨਾਂ ਦੀਆਂ ਬਾਰੰਬਾਰਤਾਵਾਂ ਨੂੰ ਨਿਰੂਪਿਤ ਕਰਨ ਲਈ ਇੱਕ ਹੋਰ ਵਿਧੀ ਹੈ। ਇਸ ਨੂੰ ਅਸੀਂ ਇੱਕ ਉਦਾਹਰਨ ਦੁਆਰਾ ਸਮਝਾਂਗੇ। ਉਦਾਹਰਨ, ਇੱਕ ਪ੍ਰੀਖਿਆ ਵਿੱਚ ਜਮਾਤ ਦੇ 51 ਵਿਦਿਆਰਥੀਆਂ ਦੁਆਰਾ 100 ਵਿੱਚੋਂ ਪ੍ਰਾਪਤ ਕੀਤੇ ਅੰਕ ਸਾਰਣੀ ਵਿੱਚ ਦਿੱਤੇ ਗਏ ਹਨ। ਇਸ ਬਾਰੰਬਾਰਤਾ ਵੰਡ ਸਾਰਣੀ ਦੀ ਅਸੀਂ ਬਾਰੰਬਾਰਤਾ ਬਹੁਭੁਜ ਬਣਾਉਂਦੇ ਹਾਂ। ਬੱਚਿਓ, ਅਸੀਂ ਸਭ ਤੋਂ ਪਹਿਲੇ ਇੱਕ ਲੇਟਵੀਂ ਧੁਰਾ ਲਵਾਂਗੇ ਅਤੇ ਇੱਕ ਖੜਵੀਂ ਧੁਰਾ ਲਵਾਂਗੇ। ਲੇਟਵੀਂ ਧੁਰਾ ਤੇ ਅਸੀਂ ਬੱਚਿਆਂ ਦੇ ਅੰਕ ਲਵਾਂਗੇ ਅਤੇ ਖੜਵੀਂ ਧੁਰਾ ਤੇ ਵਿਦਿਆਰਥੀਆਂ ਦੀ ਸੰਖਿਆ ਲਵਾਂਗੇ। ਲੇਟਵੀਂ ਧੁਰਾ ਤੇ ਅੰਕ ਤੇ ਵਰਗ ਅੰਤਰਾਲ ਬਣਾਏ ਹੋਏ ਹਨ 0 ਤੋਂ 10, 10 ਤੋਂ 20, 20 ਤੋਂ 30, ਤਾਂ ਏਦਾਂ ਹੀ ਅਸੀਂ 90 ਤੋਂ 100 ਤੱਕ ਦੇ ਵਰਗ ਅੰਤਰਾਲ ਲਵਾਂਗੇ। ਖੜਵੀਂ ਧੁਰਾ ਤੇ ਅਸੀਂ ਕਿੰਨੇ ਅੰਕ ਹਨ ਬੱਚਿਓ? ਪਹਿਲੇ ਹੈ 5, ਫਿਰ ਹੈ 10, ਤਾਂ ਅਸੀਂ ਇਹਨਾਂ ਨੂੰ ਕਿੱਦਾਂ ਲਵਾਂਗੇ? 0 ਤੋਂ ਬਾਅਦ ਅਸੀਂ ਵਰਗ ਅੰਤਰਾਲ 2-2 ਦੇ ਅੰਤਰ ਨਾਲ ਵੰਡ ਲਵਾਂਗੇ, ਤਾਂ 0 ਤੋਂ 2, 2 ਤੋਂ 4, 4 ਤੋਂ 6, ਤਾਂ ਇਸ ਤਰ੍ਹਾਂ ਹੀ ਅਸੀਂ ਇਹਨੂੰ 12 ਤੱਕ ਲਵਾਂਗੇ। ਬੱਚਿਓ, ਹੁਣ ਅਸੀਂ 0 ਤੋਂ 10 ਦੇ ਵਿੱਚ ਵਿਦਿਆਰਥੀਆਂ ਦੀ ਸੰਖਿਆ ਕਿੰਨੀ ਹੈ? 5, ਤਾਂ ਅਸੀਂ 0 ਤੋਂ 10 ਤੱਕ ਦੀ ਲੰਬਾਈ ਅਤੇ 0 ਤੋਂ 5 ਤੱਕ ਦੀ ਚੌੜਾਈ ਲੈ ਕੇ ਇੱਕ ਆਇਤ ਬਣਾਵਾਂਗੇ। ਤਾਂ ਉਸ ਤੋਂ ਬਾਅਦ 10 ਤੋਂ 20 ਤੱਕ ਦੀ ਲੰਬਾਈ ਅਤੇ 10 ਤੱਕ ਦੀ ਹੀ ਉਚਾਈ ਲੈ ਕੇ ਇੱਕ ਹੋਰ ਆਇਤ ਬਣਾਵਾਂਗੇ। ਇਸ ਤਰ੍ਹਾਂ ਹੀ ਅਸੀਂ ਸਾਰੇ ਆਇਤ ਬਣਾ ਲਵਾਂਗੇ। ਤਾਂ ਹੁਣ ਅਸੀਂ ਲੇਟਵੀਂ ਧੁਰਾ ਨੂੰ ਰਿਣਾਤਮਕ ਪਾਸੇ ਵੱਲ ਵਧਾਵਾਂਗੇ ਤੇ ਇੱਕ ਹੋਰ ਵਰਗ ਅੰਤਰਾਲ ਲਵਾਂਗੇ। 0 ਨੂੰ ਤੋਂ ਅਸੀਂ -10 ਤੱਕ ਦਾ ਇੱਕ ਵਰਗ ਅੰਤਰਾਲ ਲੈ ਲਿਆ। ਏਦਾਂ ਹੀ ਅਸੀਂ 100 ਨੂੰ ਅੱਗੇ ਵੱਲ ਨੂੰ ਵਧਾਵਾਂਗੇ ਅਤੇ 100 ਤੋਂ 110 ਤੱਕ ਦਾ ਵਰਗ ਅੰਤਰਾਲ ਲੈ ਲਿਆ। ਬੱਚਿਓ, ਇਹ ਅਸੀਂ ਕਿਉਂ ਕੀਤਾ ਤੁਹਾਨੂੰ ਹੁਣੇ ਦੱਸਾਂਗੇ। ਅਸੀਂ ਸਾਰੇ ਹੀ ਆਇਤ ਬਣਾ ਲਏ ਅਤੇ ਹੁਣ ਇਹਨਾਂ ਦੇ ਮੱਧ ਬਿੰਦੂਆਂ ਨੂੰ ਆਪਸ ਵਿੱਚ ਮਿਲਾਉਣਾ ਹੈ। ਤਾਂ ਅਸੀਂ ਮੱਧ ਬਿੰਦੂਆਂ ਨੂੰ ਮਿਲਾਉਣ ਦੇ ਲਈ ਹੀ ਇਹ ਵਾਲੇ ਵਰਗ ਅੰਤਰਾਲ ਬਣਾਏ ਹਨ। ਹੁਣ ਅਸੀਂ ਮੱਧ ਬਿੰਦੂਆਂ ਦੇ ਨਾਮ ਦਵਾਂਗੇ। ਪਹਿਲੇ ਵਰਗ ਅੰਤਰਾਲ ਵਿੱਚ ਅਸੀਂ ਮੱਧ ਬਿੰਦੂ ਲਵਾਂਗੇ B, ਦੂਜੇ 'ਚ ਫਿਰ ਅਸੀਂ C, D, E, F, G, H, I, J ਅਤੇ K। ਤਾਂ ਹੁਣ ਅਸੀਂ B ਨੂੰ ਪਿੱਛੇ ਵੱਲ ਨੂੰ ਵਧਾਵਾਂਗੇ। B ਨੂੰ ਜਦੋਂ ਅਸੀਂ ਪਿੱਛੇ ਵੱਲ ਨੂੰ ਵਧਾਉਂਦੇ ਹਾਂ ਤਾਂ ਇਹ ਖੜਵੀਂ ਧੁਰਾ ਨੂੰ A ਤੇ ਕੱਟਦਾ ਹੈ, ਤਾਂ ਰਿਣਾਤਮਕ ਪਾਸੇ ਵੱਲ ਨੂੰ ਕੱਟਦਾ ਹੈ ਇਹ। ਤਾਂ ਇੱਥੇ ਅਸੀਂ ਬਿੰਦੂ B ਤੋਂ ਜਦੋਂ ਅਸੀਂ ਇੱਕ ਰੇਖਾ ਬਣਾਵਾਂਗੇ ਜਿਹੜੀ ਕਿ ਸਾਰੇ ਮੱਧ ਬਿੰਦੂਆਂ ਨੂੰ ਆਪਸ ਵਿੱਚ ਜੋੜ ਦੇ, ਤਾਂ ਬਿੰਦੂ B ਨੂੰ ਜਦੋਂ ਅਸੀਂ ਪਿੱਛੇ ਨੂੰ ਵਧਾਉਂਦੇ ਹਾਂ ਤਾਂ ਇਹ ਲੇਟਵੀਂ ਧੁਰਾ ਨੂੰ ਬਿੰਦੂ A ਤੇ ਕੱਟੇਗਾ। ਤਾਂ ਏਦਾਂ ਹੀ ਇਹ ਲੇਟਵੀਂ ਧੁਰਾ ਨੂੰ ਬਿੰਦੂ L ਤੇ ਕੱਟੇਗਾ। ਤਾਂ ਹੁਣ ਸਾਡੇ ਕੋਲ ਇੱਕ ਬਾਰੰਬਾਰਤਾ ਬਹੁਭੁਜ ਜਿਸ ਦਾ ਨਾਂ ਹੈ O A B C D E F G H I J K L ਬਣ ਗਿਆ ਹੈ।